ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਸੋ ਇਹ ਤਾਂ ਸਾਧ ਸੰਗਤ ਜੀ ਹਰੇਕ ਹੀ ਚਾਹੁੰਦਾ ਹੈ ਕਿ ਮਨ ਦੇ ਵਿੱਚ ਆਨੰਦ ਆਵੇ, ਗੁਰਬਾਣੀ ਨਾਲ ਪ੍ਰੇਮ ਪਵੇ। ਪਰ ਪ੍ਰੇਮ ਕਿਵੇਂ ਪਵੇ? ਗੁਰਬਾਣੀ ਨਾਲ ਇਕਮਿਕ ਕਿਵੇਂ ਹੋਇਆ ਜਾ ਸਕਦਾ ਹੈ? ਕਿਉਂਕਿ ਗੱਲ ਤੇ ਇੱਥੇ ਰੁਕੀ ਪਈ ਹੈ ਕਿ ਅਸੀਂ ਬਾਣੀ ਨੂੰ ਸਮਝਦੇ ਕੀ ਹਾਂ। ਮਾਫ਼ ਕਰਨਾ, ਕਦੇ ਵੀ ਗੁਰਬਾਣੀ ਨੂੰ ਆਮ ਲਿਟਰੇਚਰ ਜਾਂ ਕੋਈ ਲੇਖ ਪੜ੍ਹ ਕੇ ਨਾ ਸਮਝ ਕੇ ਨਾ ਪੜ੍ਹਨਾ। ਸਾਡਾ ਸੁਭਾਅ, ਮਨੁੱਖੀ ਸੁਭਾਅ ਕੀ ਬਣਦਾ ਜਾ ਰਿਹਾ ਹੈ? ਸਾਡਾ ਸੁਭਾਅ ਬਣਦਾ ਜਾ ਰਿਹਾ ਹੈ ਜਿਵੇਂ ਅਸੀਂ ਹੋਰ ਲੇਖ ਪੜ੍ਹਦੇ ਹਾਂ, ਹੋਰ ਜਾਣਕਾਰੀ ਪੜ੍ਹਦੇ ਹਾਂ, ਗੁਰੂ ਕੀ ਬਾਣੀ ਨੂੰ ਵੀ ਉਸੇ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਜ਼ਰੂਰੀ ਤਾਂ ਸੀ ਕਿ ਮਨ ਦੇ ਵਿੱਚ ਭਾਉ ਅਤੇ ਗੁਰਬਾਣੀ ਦਾ ਸਤਿਕਾਰ ਹੁੰਦਾ। ਸੋ ਸਮਝਣ ਦੀ ਲੋੜ ਹੈ ਕਿ ਬਾਣੀ ਹੈ ਕੀ। ਗੁਰੂ ਨੇ ਆਖਿਆ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਹੀ ਗੁਰੂ ਸਾਹਿਬ ਨੂੰ ਇਹ ਬਚਨ ਦਰਜ ਕਰਨੇ ਪਏ ਹਨ, ਲਿਖਣੇ ਪਏ ਹਨ ਬਾਣੀ ਦੇ ਵਿੱਚ ਕਿ ਬਾਣੀ ਪੜ੍ਹਨ ਵਾਲਿਆ, ਗੁਰੂ ਕਾ ਰੂਪ ਬਾਣੀ ਨੂੰ ਸਮਝ। ਬਾਣੀ ਹੀ ਗੁਰੂ ਹੈ। ਜੇ ਤੈਨੂੰ ਬਾਣੀ ਵਿੱਚੋਂ ਗੁਰੂ ਨਜ਼ਰ ਨਹੀਂ ਆਉਂਦਾ ਤੇ ਕਿਤੇ ਵੀ ਨਜ਼ਰ ਨਹੀਂ ਆਉਣਾ। ਬਾਣੀ ਦਾ ਸਤਿਕਾਰ ਕਰ ਲਏਗਾ ਤੇ ਗੁਰੂ ਦਾ ਸਤਿਕਾਰ ਹੈ। ਕਿਤੇ ਆਖਿਆ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਸਭ ਤੋਂ ਵੱਡਾ ਨੁਕਤਾ ਸਾਧ ਸੰਗਤ ਜੀ ਇਹ ਹੈ ਗੁਰੂ ਨਾਲ ਪ੍ਰੇਮ ਪਾਉਣ ਦਾ ਵੀ ਬਾਣੀ ਪੜ੍ਹਨ ਤੋਂ ਪਹਿਲਾਂ ਬਾਣੀ ਦਾ ਸਤਿਕਾਰ ਕਰਨਾ ਆਉਣਾ ਚਾਹੀਦਾ ਹੈ। ਤੁਸੀਂ ਆਂਦੇ ਹੋ ਕਿ ਬਾਣੀ ਨਾਲ ਲਗਾਅ ਕਿਵੇਂ ਪੈਦਾ ਹੋਵੇ, ਗੁਰਬਾਣੀ ਨਾਲ ਸਨੇਹ ਕਿਵੇਂ ਪੈਦਾ ਹੋਵੇ। ਗੁਰਬਾਣੀ ਦਾ ਸਤਿਕਾਰ ਕਰਨਾ ਸਿੱਖੋ। ਕਿਹਦੇ ਕੋਲੋਂ ਸਿੱਖੀਏ? ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹੋ, ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ ਸਹੀ ਵੀ ਕਿਵੇਂ ਮਹੀਨਿਆਂ ਦੇ ਵਿੱਚ ਇਸ ਗੁਰੂ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਬਾ ਮੋਹਨਦਾਸ ਦੇ ਕੋਲੋਂ ਜਦੋਂ ਪੋਥੀਆਂ ਲੈਣ ਵਾਸਤੇ ਜਾਂਦੇ ਨੇ ਤੇ ਪੋਥੀਆਂ ਲੈ ਕੇ ਵਾਪਸ ਆ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖ, ਭਾਈ ਗੁਰਦਾਸ ਜੀ ਵਰਗੇ ਸਿੱਖ ਨਾਲ ਹਨ, ਹੋਰ ਗੁਰੂ ਕੀਆਂ ਸੰਗਤਾਂ ਨਾਲ ਹਨ। ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪੋਥੀਆਂ ਗੁਰਬਾਣੀ ਦੀਆਂ ਪਹਿਲੇ ਗੁਰੂ ਸਾਹਿਬਾਨਾਂ ਦੀ ਲਿਖੀ ਹੋਈ ਰਚਨਾ ਬਾਣੀ ਰਚਿਤ ਆਪ ਜੀ ਨੇ ਸੁੱਖ ਆਸਣ ਕਰਕੇ ਪਾਲਕੀ ਸਾਹਿਬ ਦੇ ਵਿੱਚ ਸੁਭਾਏਮਾਨ ਕਰ ਦਿੱਤੀਆਂ ਹਨ। ਪਾਲਕੀ ਦੇ ਵਿੱਚ ਹੋਰ ਵੀ ਥੋੜ੍ਹੀ ਜਗ੍ਹਾ ਹੈ, ਆਪ ਜੀ ਵਿੱਚ ਬਿਰਾਜਮਾਨ ਹੋ ਜਾਓ। ਐਸੇ ਗੁਰ ਕਉ ਬਲ ਬਲ ਜਾਈਐ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ। ਕਹਿਣ ਲੱਗੇ, ਅਸੀਂ ਗੁਰਬਾਣੀ ਦੇ ਬਰਾਬਰ ਨਹੀਂ ਬੈਠ ਸਕਦੇ। ਇਹ ਗੁਰਬਾਣੀ ਬਹੁਤ ਵੱਡੀ ਹੈ। ਸਿੱਖਾਂ ਨੇ ਦੂਸਰੀ ਪਾਲਕੀ ਸਾਧ ਸੰਗਤ ਜੀ ਤਿਆਰ ਕਰਵਾਈ, ਉੱਥੇ ਮੰਗਵਾਈ। ਦੂਸਰੀ ਪਾਲਕੀ ਵਿੱਚ ਬਹਿਣ ਤੋਂ ਮਨਾ ਕਰ ਦਿੱਤਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਚਲੇ ਜਾਓ। ਮਹਾਰਾਜ ਕਹਿਣ ਲੱਗੇ, ਘੋੜੇ ਦੀ ਗੱਲ ਕਰਦੇ ਹੋ, ਪੈਰੀਂ ਜੋੜਾ ਵੀ ਨਹੀਂ ਪਾਵਾਂਗੇ। ਤੇ ਨੰਗੀ ਪੈਰੀਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਗੁਰੂ ਸਾਹਿਬ ਹੱਥ ਵਿੱਚ ਚੌਰ ਫੜ ਕੇ ਗੁਰਬਾਣੀ ਦੇ ਉੱਪਰ ਕਰਦਿਆਂ ਹੋਇਆਂ ਨੰਗੀ ਪੈਰੀਂ ਖੱਬੇ ਪਾਸੇ ਤੁਰਦਿਆਂ ਹੋਇਆਂ ਗੁਰਬਾਣੀ ਦੇ ਸਤਿਕਾਰ ਵਿੱਚ ਆਉਂਦੇ ਨੇ। ਇਹ ਗੁਰੂ ਨੇ ਦੱਸਿਆ ਹੈ ਵੀ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਬਾਣੀ ਪੜ੍ਹਨ ਵਾਲਿਆ, ਕਿਵੇਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਇੱਕਦਮ ਪਲੰਗ ਤੋਂ ਉੱਠਦੇ ਨੇ ਛੇਤੀ ਨਾਲ, ਤੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇੰਨੀ ਜਲਦੀ? ਮਹਾਰਾਜ ਕਹਿਣ ਲੱਗੇ, ਦੂਰੋਂ ਸੰਗਤਾਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ। ਕੰਨਾਂ ਵਿੱਚ ਬਾਣੀ ਦੇ ਸ਼ਬਦ ਦੀ ਧੁਨ ਸੁਣਦਿਆਂ ਸਤਿਕਾਰ ਵਿੱਚ ਉੱਠਣਾ ਬਿਹਤਰ ਸਮਝਿਆ ਹੈ। ਮਹਾਰਾਜ ਤੁਹਾਡਾ ਸੱਜਾ ਗੋਡਾ ਪਲੰਗ ਦੇ ਨਾਲ ਵੱਜਾ ਹੈ। ਮਹਾਰਾਜ ਕਹਿਣ ਲੱਗੇ, ਜੇ ਅਸੀਂ ਸਤਿਕਾਰ ਨਾ ਕੀਤਾ ਤੇ ਸਿੱਖ ਕਿਵੇਂ ਕਰਨਗੇ? ਸੋ ਗੁਰੂ ਕਿਆ ਪਿਆਰਾ ਤੇ ਸਾਧ ਸੰਗਤ ਬਾਣੀ ਵਿੱਚ ਰਚਿਆ ਹੋਇਆ, ਗੁਰਬਾਣੀ ਦੇ ਵਿੱਚ ਭਿੱਜਿਆ ਹੋਇਆ ਹੀ ਗੁਰਬਾਣੀ ਦੀ ਕਦਰ ਅਤੇ ਕੀਮਤ ਸਤਿਕਾਰ ਨੂੰ ਜਾਣਦਾ ਹੈ ਕਿ ਕੀ ਹੈ। ਨਹੀਂ ਤਾਂ ਸਾਡਾ ਕੀ ਸੁਭਾਅ ਹੈ? ਘਰਾਂ ਦੇ ਵਿੱਚ ਗੁਟਕੇ ਸਾਹਿਬ ਬਿਨਾਂ ਰੁਮਾਲੇ ਤੋਂ ਪਏ ਹਨ। ਉੱਥੇ ਨਿਆਣੇ ਖੇਡ ਰਹੇ ਨੇ, ਜੂਠੇ ਮਿੱਠੇ ਹੱਥ ਲੱਗ ਰਹੇ ਨੇ, ਕੂੜਾ ਕਰਕਟ ਉੱਡ ਕੇ ਘਟਦਾ ਸਾਰਾ ਉਹਦੇ ਉੱਤੇ ਪੈ ਰਿਹਾ ਹੈ।
ਤੇ ਅਸੀਂ ਆਨੇ ਹਾਂ ਵੀ ਅਸੀਂ ਠੀਕ ਨਹੀਂ ਰਹਿੰਦੇ, ਸਾਡੀ ਸਿਹਤ ਠੀਕ ਨਹੀਂ ਰਹਿੰਦੀ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਜੀਵਨ ਦੀ ਸਾਧ ਸੰਗਤ ਦੀ ਇਸੇ ਤਰ੍ਹਾਂ ਰਲਦੀ ਮਿਲਦੀ ਇੱਕ ਘਟਨਾ ਯਾਦ ਆ ਗਈ। ਮਹਾਂਪੁਰਖ ਦੱਸਦੇ ਹੁੰਦੇ ਸਨ ਕਥਾ ਦੇ ਵਿੱਚ ਵੀ ਸ੍ਰੀ ਮੁਕਤਸਰ ਸਾਹਿਬ ਦੇ ਲਾਗੇ ਕਿਸੇ ਨਗਰ ਦੇ ਵਿੱਚ ਅਸੀਂ ਕਥਾ ਪ੍ਰਚਾਰ ਕਰਨ ਵਾਸਤੇ ਗਏ। ਨਾਲ ਜਥੇ ਸਮੇਤ ਜਾਇਆ ਕਰਦੇ ਸਨ ਮਹਾਂਪੁਰਖ। ਪਿੰਡ ਪਿੰਡ ਪ੍ਰਚਾਰ ਕਰਨਾ ਤੇ ਸਿੱਖਾਂ ਨੂੰ ਗੁਰਬਾਣੀ ਦੇ ਸਤਿਕਾਰ ਬਾਰੇ ਦੱਸਣਾ ਤੇ ਗੁਰੂ ਦੇ ਅੰਮ੍ਰਿਤ ਬਾਰੇ ਦੱਸਣਾ, ਇਹ ਉਹਨਾਂ ਦਾ ਸੁਭਾਅ ਸੀ। ਸਾਧ ਸੰਗਤ ਜੀ ਬੜੇ ਪ੍ਰੇਮ ਨਾਲ ਸਮਝਾਇਆ ਕਰਦੇ, ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਗੁਰੂ ਕੀ ਬਾਣੀ ਦਾ। ਇੱਕ ਮਾਤਾ ਨੇ ਆਣ ਕੇ ਬੇਨਤੀ ਕੀਤੀ, ਮਹਾਂਪੁਰਖੋ ਘਰੇ ਚੱਲੋ, ਘਰੇ ਚਰਨ ਪਾਓ। ਮਹਾਂਪੁਰਖ ਕਿਹਾ ਕਰਦੇ, ਚਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਇਆ ਕਰਦੇ ਨੇ, ਸਾਡੇ ਕੋਈ ਚਰਨ ਨਹੀਂ। ਪਰ ਫਿਰ ਵੀ ਜਿੱਦ ਕਰਨ ਤੇ ਮਹਾਂਪੁਰਖ ਘਰੇ ਗਏ। ਘਰ ਵਾਲਿਆਂ ਨੇ ਫਲ ਲਿਆ ਕੇ ਸਾਹਮਣੇ ਪਰੋਸੇ ਸਿੰਘਾਂ ਦੇ ਸਮੇਤ ਛਕਣ ਵਾਸਤੇ, ਅਤੇ ਮਾਤਾ ਨੇ ਬੇਨਤੀ ਕੀਤੀ, ਮਹਾਂਪੁਰਖੋ ਸਰੀਰ 'ਚ ਬੜਾ ਕਸ਼ਟ ਰਹਿੰਦਾ ਹੈ, ਤੰਦਰੁਸਤੀ ਨਹੀਂ ਹੈ। ਤੇ ਸੰਤ ਕਰਤਾਰ ਸਿੰਘ ਜੀ ਦੀ ਨਿਗਾਹ ਸਾਹਮਣੇ ਉਹਨਾਂ ਪੋਥੀਆਂ ਦੇ ਪਈ ਜਿਨ੍ਹਾਂ ਦੇ ਉੱਤੇ ਕੋਈ ਰੁਮਾਲਾ ਨਹੀਂ ਸੀ। ਬਿਨਾਂ ਰੁਮਾਲੇ ਤੋਂ ਗੁੜਕੇ ਸਾਹਿਬ ਪੋਥੀਆਂ ਪਈਆਂ ਹੋਈਆਂ ਸਨ। ਤੇ ਮਹਾਂਪੁਰਖਾਂ ਨੇ ਉਸੇ ਵੇਲੇ ਸਾਧ ਸੰਗਤ ਮਾਤਾ ਨੂੰ ਕਹਿੰਦਿਆਂ ਹੋਏ ਆਖਣ ਲੱਗੇ, ਮਾਈ ਤੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੰਨਾ ਕੁ ਰੱਖਦੀ ਆ ਮਨ ਦੇ ਵਿੱਚ, ਕਿੰਨਾ ਕੁ ਉੱਚਾ ਜਾਣਦੀ ਗੁਰੂ ਸਾਹਿਬ ਦੇ ਸਤਿਕਾਰ ਨੂੰ। ਤੇ ਜਦੋਂ ਮਾਈ ਨੇ ਆਖਿਆ ਜੀ ਬਹੁਤ ਜ਼ਿਆਦਾ, ਤੇ ਮਹਾਂਪੁਰਖ ਕਹਿਣ ਲੱਗੇ, ਆ ਜਿਹੜਾ ਗਲ ਤੋਂ ਕੱਪੜਾ ਪਾਇਆ ਇਹ ਕਿੰਨੇ ਮੀਟਰ ਦਾ ਪਾਇਆ ਈ ਉਹ। ਤੇ ਮਾਤਾ ਨੇ ਦੱਸਿਆ ਤੇ ਸਾਧ ਸੰਗਤ ਮਹਾਂਪੁਰਖਾਂ ਨੇ ਸਾਹਮਣੇ ਪਏ ਹੋਏ ਨੰਗੇ ਪੋਥੀਆਂ ਗੁਟਕੇ ਸਾਹਿਬ ਬਿਨਾਂ ਰੁਮਾਲੇ ਤੋਂ ਇਸ਼ਾਰਾ ਕਰਦਿਆਂ ਹੋਇਆ ਮਾਤਾ ਨੂੰ ਕਹਿਣ ਲੱਗੇ, ਜਿਸ ਘਰ ਦੇ ਵਿੱਚ ਸਾਡੇ ਗੁਰੂ ਕੀ ਬਾਣੀਆਂ ਪੋਥੀਆਂ ਦਾ ਸਤਿਕਾਰ ਨਹੀਂ, ਉੱਥੇ ਅਸੀਂ ਇੱਕ ਪਾਣੀ ਦਾ ਘੁੱਟ ਦੇ ਕਈ ਕਿਣਕਾ ਮਾਤਰ ਵੀ ਮੂੰਹ 'ਚ ਕੁਝ ਨਹੀਂ ਪਾ ਸਕਦੇ। ਤੇ ਸਾਧ ਸੰਗਤ 'ਚ ਮਾਫੀ ਮੰਗੀ ਪਰਿਵਾਰ ਨੇ। ਇਹ ਮਹਾਂਪੁਰਖਾਂ ਦਾ ਤਰੀਕਾ ਸੀ ਸਮਝਾਉਣ ਦਾ। ਤੇ ਉਸ ਵੇਲੇ ਮਹਾਂਪੁਰਖਾਂ ਨੇ ਇਹ ਭਜਨ ਕਿਹਾ ਕਰਨੇ ਵੀ ਘੱਟੋ ਘੱਟ ਜੇ ਅਸੀਂ 20 ਰੁਪਈਏ ਮੀਟਰ ਉਹਨਾਂ ਦਿਨਾਂ 'ਚ ਮਿਲਦਾ ਸੀ, ਸਾਧ ਸੰਗਤ 20 ਰੁਪਈਏ ਮੀਟਰ ਕੱਪੜਾ ਆਪਣੇ ਗਲ 'ਚ ਪਾਇਆ ਹੈ, ਤੇ 40 ਰੁਪਈਏ ਮੀਟਰ 4 ਗਿੱਠਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਅਤੇ ਗੁਟਕੇ ਸਾਹਿਬਾਨ ਦੇ ਉੱਤੇ ਨਹੀਂ ਲਾ ਸਕਦੇ, ਤੇ ਸਾਡਾ ਸਿੱਖੀ ਨਾਲ ਕੋਈ ਪਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਸੋ ਇਸ ਕਰਕੇ ਮੋਬਾਇਲਾਂ ਤੋਂ ਬਾਣੀ ਪੜ੍ਹਨ ਵਾਲਿਓ, ਘੱਟੋ ਘੱਟ ਕੋਸ਼ਿਸ਼ ਕਰੋ ਗੁਰਬਾਣੀ ਨੂੰ ਮੋਬਾਇਲ ਤੋਂ ਪੜ੍ਹਨ ਦੀ ਝੂਠੇ ਮਿੱਠੇ ਹੱਥਾਂ ਦੇ ਨਾਲ ਘਰਾਂ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਕਰਨਾ ਸਿੱਖੀਏ। ਫਿਰ ਵੇਖਣਾ ਮਨ ਟਿਕਦਾ ਕਿ ਨਹੀਂ ਟਿਕਦਾ, ਕਿਉਂਕਿ ਬਾਣੀ ਦਾ ਸਤਿਕਾਰ ਕਰਨ ਤੋਂ ਬਿਨਾਂ ਇੱਕ ਸਵਾਰਥ ਹੀ ਹੈ ਵੀ ਸਾਡੇ ਕੰਮ ਪੂਰੇ ਹੋ ਜਾਣ। ਗੁਰਬਾਣੀ ਦਾ ਸਤਿਕਾਰ ਮੁੱਖ ਹੈ, ਗੁਰੂ ਸਾਹਿਬ ਨੇ ਆਪ ਕਰਨ ਦੀ ਜਾਚ ਦੱਸੀ ਹੈ। ਸੋ ਜਿੰਨੇ ਵੀ ਗੁਰਬਾਣੀ ਦਾ ਲਾਹਾ ਸੰਪੂਰਨ ਤੌਰ 'ਤੇ ਲੈਣਾ ਹੈ ਸਾਧ ਸੰਗਤ, ਉਹਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਲਾਜ਼ਮੀ ਹੈ। ਸੋ ਇਸ ਕਰਕੇ ਪੋਥੀ ਪਰਮੇਸ਼ਰ ਕਾ ਥਾਨ ਲਿਖਿਆ ਹੈ ਗੁਰੂ ਸਾਹਿਬ ਨੇ। ਪਰ ਕੀ ਅਸੀਂ ਪੋਥੀਆਂ ਨੂੰ ਗੁਟਕੇ ਸਾਹਿਬ ਨੂੰ ਗੁਰਬਾਣੀ ਦਾ ਗੁਰੂ ਦਾ ਰੂਪ ਜਾਣਦੇ ਹਾਂ? ਇੱਕ ਪਾਸੇ ਅਸੀਂ ਕੀਮਤੀ ਤੋਂ ਕੀਮਤੀ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭੇਟ ਕਰਦੇ ਹਾਂ। ਜਦੋਂ ਘਰ ਮਹਾਰਾਜ ਆਉਣ ਕਿੰਨੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਕਿੰਨਾ ਸਤਿਕਾਰ ਕੀਤਾ ਜਾਂਦਾ ਹੈ। ਪਰ ਉਹ ਹੀ ਬਾਣੀ ਗੁਟਕੇ ਸਾਹਿਬ ਤੇ ਪੋਥੀਆਂ ਦੇ ਵਿੱਚ ਸਾਡੇ ਘਰਾਂ ਵਿੱਚ ਬੇਅਦਬੀ ਹੋ ਰਹੀ ਆ, ਉਹਦੇ ਬਾਰੇ ਸਾਨੂੰ ਖਿਆਲ ਕੋਈ ਨਹੀਂ। ਫਿਰ ਅਸੀਂ ਆਨੇ ਹਾਂ ਜੀ ਸਾਡਾ ਅੱਧਾ ਸਿਰ ਦੁਖਦਾ, ਕੋਈ ਆਂਦਾ ਪੂਰਾ ਦੁਖਦਾ, ਕੋਈ ਆਂਦਾ ਸਰੀਰ 'ਚ ਤਕਲੀਫ ਹੈ। ਤਕਲੀਫਾਂ ਕਿਉਂ ਨਾ ਹੋਣ ਜਦੋਂ ਗੁਰੂ ਕੀ ਬਾਣੀ ਦਾ ਸਤਿਕਾਰ ਨਹੀਂ। ਇਸ ਕਰਕੇ ਗੁਰਬਾਣੀ ਨਾਲ ਪ੍ਰੇਮ ਅਤੇ ਸਨੇਹ ਜ਼ਰੂਰੀ ਤਾਂ ਬਣੇਗਾ ਜੇ ਗੁਰੂ ਕੀ ਬਾਣੀ ਦਾ ਭੈ ਮਨ ਦੇ ਵਿੱਚ ਆਵੇਗਾ, ਸਤਿਕਾਰ ਆਵੇਗਾ। ਤਾਂ ਹੀ ਤੇ ਗੁਰਬਾਣੀ ਵਿੱਚ ਮਹਾਰਾਜ ਨੇ ਆਖਿਆ ਹੈ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਪਰਮੇਸ਼ਰ ਦਾ ਡਰ ਹੈ, ਉਹਨਾਂ ਦੇ ਅੰਦਰ ਹੀ ਪ੍ਰੇਮ ਹੈ।